ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਗਰਿਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਅਸੀਂ ਆਪਣਾ ਰੋਜ਼ਾਨਾ ਦਾ ਸ਼ੋਅ ਲੈ ਕੇ ਅੰਦਰਲੀ ਕੁੰਡੀ। ਇਸ ਦੇ ਨਾਲ ਹੀ ਰੋਜ਼ਾਨਾ ਦੀ ਤਰ੍ਹਾਂ ਹੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਮੇਰੇ ਸਹਿਯੋਗੀ ਕਮਲਜੀਤ ਸਿੰਘ ਬਨਵੈਤ। ਸਤਿ ਸ਼੍ਰੀ ਅਕਾਲ ਬਨਵੈਤ ਜੀ। ਗਰਮਾ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਹਾਨੂੰ ਦਿਲੋਂ ਸਤਿਕਾਰ ਜੀ ਆਇਆਂ ਨੂੰ। ਬਨਵੈਤ ਜੀ, ਅਸੀਂ ਸੂਬੇ ਦੇ ਚੱਲਦੇ ਪੱਖ ਦੇ ਤੇ ਚਲੰਤ ਮੁੱਦਿਆਂ ਤੇ ਚਰਚਾ ਤਾਂ ਕਰਦੇ ਹਾਂ। ਬੀਤੇ ਦਿਨ ਹੀ ਅਸੀਂ ਇੱਕ ਚਰਚਾ ਕੀਤੀ ਸੀ ਜਿਸ ਦੇ ਵਿੱਚ ਇਹ ਕਿਹਾ ਸੀ ਕਿ ਜੋ ਵਿਰੋਧੀ ਧਿਰ ਹੈ ਉਹ ਸੰਸਦ ਦੇ ਉਦਘਾਟਨ ਨੂੰ ਲੈ ਕੇ ਕਾਫੀ ਜ਼ਿਆਦਾ ਜੋ ਹੈ ਉਹ ਵਿਵਾਦ ਖੜਾ ਕਰ ਰਹੀਆਂ ਕਿ ਰਾਸ਼ਟਰਪਤੀ ਨੂੰ ਜੋ ਮੌਕਾ ਮਿਲਣਾ ਚਾਹੀਦਾ ਹੈ ਕਿ ਸੰਸਦ ਦਾ ਉਦਘਾਟਨ ਕਰਨ ਦੇ ਲਈ। ਉੱਥੇ ਹੀ ਹੁਣ ਜੋ ਸੈਂਟਰਲ ਦੇ ਵਿੱਚ ਸਾਰੀਆਂ ਵਿਪਕਸ਼ ਜਾਂ ਕਹਿ ਲਈਏ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਉੱਥੇ ਹੀ, ਪਰ ਅੰਦਰਲੀ ਕੁੰਡੀ ਜੋ ਅਸੀਂ ਲੈ ਕੇ ਹਮੇਸ਼ਾ ਹੀ ਆਉਂਦੇ ਆ ਉਹ ਇਹ ਨਿਕਲ ਕੇ ਆ ਰਹੀ ਹੈ ਕਿ ਜਿਹੜੀ ਕਾਂਗਰਸ ਤੇ ਆਪ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਵੱਖਰੀ ਸਿਆਸਤ ਸ਼ੁਰੂ ਹੋ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਾਂਗਰਸੀ ਲੀਡਰਾਂ ਪਰ ਆਪ ਸਰਕਾਰ ਜਾਂ ਫਿਰ ਕਹਿ ਲਈਏ ਭਗਵੰਤ ਮਾਨ ਇੱਕ ਬੀੜਾ ਚੁੱਕਿਆ ਹੋਇਆ ਹੈ ਕਿ ਕਾਂਗਰਸੀਆਂ ਦੇ ਉੱਪਰ ਜਿਹੜੇ ਵੀ ਭ੍ਰਸ਼ਟਾਚਾਰ ਦੇ ਆਰੋਪ ਲਗਾ ਰਹੇ ਹੈ ਜਾਂ ਫਿਰ ਜਿਹੜੇ ਅੰਦਰ ਹੈ ਡੱਕਿਆ ਜਾ ਰਿਹਾ ਜੇਲ੍ਹਾਂ ਦੇ ਵਿੱਚ, ਜੇਕਰ ਆਪ ਸਰਕਾਰ ਇਹਨਾਂ ਨੂੰ ਹੈ ਨਾ ਭ੍ਰਸ਼ਟਾਚਾਰੀਆਂ ਦੇ ਉੱਪਰ ਦਾਗ ਲਗਾਉਣਾ ਬੰਦ ਕਰ ਦੇਵੇ ਤਾਂ ਉਹ ਇਕੱਠੀਆਂ ਹੋ ਜਾਏਗੀ। ਕੀ ਅੰਦਰਲੀ ਕੁੰਡੀ? ਅਗਰ ਮੈਂ ਜੀ ਅਸਲ 'ਚ ਗੱਲ ਐਂ ਕਰ ਲਈਏ ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਚੱਲੀ ਸੀਗੀ ਕਿ ਜਿਹੜੇ ਦੇਸ਼ ਦੇ ਰਾਸ਼ਟਰਪਤੀ ਆ ਉਹਨਾਂ ਨੂੰ ਘੱਟ ਕਰਨ ਦਾ ਮੌਕਾ ਮਿਲਣਾ ਚਾਹੀਦਾ, ਪਰ ਗੱਲ ਇਹ ਨਾਲ ਹੋ ਗਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸੀਗੇ ਉਦਘਾਟਨ ਮੈਂ ਕਰਨਾ ਤੇ ਉਹ ਉਦਘਾਟਨ ਕਰ ਵੀ ਰਹੇ ਨੇ। ਉਹ ਤੋਂ ਬਿਨਾਂ ਅਗਲੀ ਗੱਲ ਇਹ ਕਿ ਇਸ ਆੜ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਲਾਭ ਲੈਣਾ ਚਾਹੁੰਦੀ ਸੀ ਕਿ ਜਿਹੜਾ ਆਰਡੀਨੈਂਸ ਇੱਕ ਜਾਰੀ ਕੀਤਾ ਕੇਂਦਰ ਸਰਕਾਰ ਨੇ ਜਿਹਦੇ ਵਿੱਚ ਲੈਫਟੀਨੈਂਟ ਗਵਰਨਰ ਨੂੰ ਮੁੜ ਕੇ ਅਧਿਕਾਰ ਦੇ ਦਿੱਤੇ ਕਿ ਜਿੰਨੀਆਂ ਦਿੱਲੀ 'ਚ ਤਾਇਨਾਤੀਆਂ ਹੋਣਗੀਆਂ ਜਾਂ ਟ੍ਰਾਂਸਫਰ ਹੋਣਗੀਆਂ ਉਹ ਸਾਰੀਆਂ ਅਧਿਕਾਰ ਜਿਹੜਾ ਲੈਫਟੀਨੈਂਟ ਗਵਰਨਰ ਨੂੰ ਹੋਊਗਾ। ਸੋ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਜਿਹੜਾ ਆਰਡੀਨੈਂਸ ਆ ਉਹ ਰਾਜ ਸਭਾ ਵਿੱਚ ਮੂੰਹ ਦੇ ਮੁੰਡਕ ਪਵੇ, ਪਰ ਜਿਹੜੀ ਸਾਡੇ ਹੱਥ ਇੱਕ ਅੰਦਰਲੀ ਕੁੰਡੀ ਲੱਗੀ ਆ ਉਹ ਇਹ ਆ ਕਿ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਕਹਿੰਦੇ ਸਮਝੌਤਾ ਹੋ ਗਿਆ ਕਿ ਕਾਂਗਰਸ ਇਸ ਸ਼ਰਤ ਤੇ ਆਮ ਆਦਮੀ ਪਾਰਟੀ ਦਾ ਸਾਥ ਦਊਗੀ ਜੇ ਉਹ ਮੁਹਿੰਮ ਬੰਦ ਕਰਦਾ ਹੈ ਜਿਹੜੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਛੇੜੀ ਹੋਈ ਹੈ, ਜਾਂ ਦੂਜੇ ਸ਼ਬਦ ਇਹ ਕਹਿ ਲਈਏ ਕਿ ਕਾਂਗਰਸੀਆਂ ਦੇ ਨਾਂ ਕੱਢਦਾ ਹੈ। ਆਪਾਂ ਇਹ ਕਹਿ ਦਈਏ ਕਿ ਭਗਵੰਤ ਸਿੰਘ ਮਾਨ ਦੀ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਹੈ ਉਹ ਸਿਰਫ ਕਾਂਗਰਸ ਦੇ ਵਿਰੁੱਧ ਆ, ਉਹ ਨਹੀਂ ਹੈ। ਉਹਦੇ ਵਿੱਚ ਬੀਜੇਪੀ ਤੇ ਅਕਾਲੀ ਜਿਹੜੇ ਉਹਨੇ ਲਪੇਟੇ 'ਚ ਲਏ ਆ। ਤੁਹਾਡੇ ਧਿਆਨ 'ਚ ਹੋਣਾ ਕਈ ਸਾਰੇ ਜਿਵੇਂ ਆਪਾਂ ਕੁੱਕੀ ਗੱਲ ਹੁਣ ਕਹਿ ਲਈਏ ਇਹ ਸਾਰੇ ਜਾਂ ਆਪਾਂ ਕਹਿ ਲਈਏ ਕਿ ਹੁਣ ਜਿਹੜੇ ਪੀਏ ਜਿਹੜਾ ਸੀਗਾ ਬਠਿੰਡਾ ਦੇ ਵਿੱਚ ਜੀ ਤੇ ਭਾਰਤਿੰਦਰ ਚਹਿਲ ਹੁਣ ਜਿਹੜੇ ਵੀ ਇਨਡਾਇਰੈਕਟਲੀ ਕੈਪਟਨ ਅਮਰਿੰਦਰ ਨਾਲ ਬੀਜੇਪੀ ਵਾਲੇ ਮੰਨੇ ਜਾਂਦੇ ਆ। ਸੋ ਸਾਡੇ ਜੋ ਅੰਦਰਲੀ ਕੁੰਡੀ ਰਾਹੀਂ ਪਤਾ ਸਾਨੂੰ ਇਹ ਲੱਗਾ ਕੱਢ ਕੇ ਇਸ ਗੱਲ ਸਾਹਮਣੇ ਲਿਆਈ ਆ ਕਿ ਵੇਨੂਗੋਪਾਲ ਜਿਹੜੇ ਕੌਮੀ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਪਾਰਟੀ ਦੇ, ਉਹਨਾਂ ਨੇ ਇੱਕ ਪੱਤਰ ਲਿਖਿਆ ਰਾਜਾ ਵੜਿੰਗ ਨੂੰ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ ਕਿ ਸਾਨੂੰ ਚਿੱਠੀ ਦਿਓ, ਸਾਨੂੰ ਇੱਕ ਸੂਚੀ ਦਿਓ ਜਿਹਦੇ 'ਚ ਦੱਸੋ ਕਿ ਭਗਵੰਤ ਸਿੰਘ ਮਾਨ ਕਿਹਨੂੰ ਹੱਥ ਪਾਉਣ ਨੂੰ ਫਿਰਦੇ ਆ। ਇਹਦਾ ਮਤਲਬ ਇਹ ਹੋਇਆ ਕਿ ਰਾਜਾ ਵੜਿੰਗ ਜੋ ਸੂਚੀ ਭੇਜ ਦੇਣਗੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਹੱਥ ਆ ਉਹ ਬੰਨੇ ਜਾਣਗੇ। ਪਤਾ ਇਹ ਲੱਗਾ ਕਿ ਜਿਹੜਾ ਚੰਨੀ ਇਹਨਾਂ ਗੜਕਦੇ ਫਿਰਦੇ ਆ ਉਹਦੇ ਪਿੱਛੇ ਵੀ ਇੱਕ ਜਿਹੜੀ ਬੈਕਗਰਾਉਂਡ ਆ ਉਹ ਇਹ ਦੱਸੀ ਜਾਂਦੀ ਆ। ਸੋ ਭਗਵੰਤ ਸਿੰਘ ਮਾਨ ਹੁਣੀ ਇਹ ਗੱਲ ਜਿਹੜੀ ਆ ਆਪਣੇ ਹਾਈ ਕਮਾਂਡ ਦੀ ਮੰਨਦੇ ਆ ਕਿ ਨਹੀਂ ਮੰਨਦੇ ਇਹ ਵੱਖਰੀ ਗੱਲ ਆ, ਪਰ ਪਤਾ ਇਹਦਾ ਜੋ ਜਿਹੜੀ ਇੱਕ ਚਿੱਠੀ ਆਈ ਆ ਵੇਨੂਗੋਪਾਲ ਦੀ ਰਾਜਾ ਵੜਿੰਗ ਨੂੰ ਉਹ ਜਿਹੜਾ ਇੱਕ ਸੰਕੇਤ ਆ ਕਿ ਮੁਹਿੰਮ ਜਿਹੜੀ ਆ ਉਹ ਬੰਦ ਹੋ ਸਕਦੀ ਆ। ਪਰ ਇੱਥੇ ਗੱਲ ਦੱਸਦਾ ਕਿ ਪਹਿਲਾਂ ਜਿਹੜੀ ਭ੍ਰਿਸ਼ਟਾਚਾਰ ਦੀ ਮੁਹਿੰਮ ਖਿਲਾਫ ਛੇੜੀ ਸੀਗੀ ਉਹਦੇ ਵਿੱਚ ਜਿਹੜੀ ਆਈਐਸ ਲੌਬੀ ਸੀਗੀ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਭਗਵੰਤ ਸਿੰਘ ਮਾਨ ਦੇ ਹੱਥ ਆ ਬੰਨ ਦਿੱਤੇ ਸੀਗੇ। ਤੇ ਹੁਣ ਜੇ ਭਗਵੰਤ ਸਿੰਘ ਮਾਨ ਦੇ ਹੱਥ ਬੰਨੇ ਜਾਂਦੇ ਆ ਇਹਦਾ ਮਤਲਬ ਇਹ ਕਿ ਭਗਵੰਤ ਸਿੰਘ ਮਾਨ ਜਿਸ ਇੱਕ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਹੋਏ ਆ ਕਿ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਛੇੜੀ ਆ ਉਹ ਆਪ ਪ੍ਰਸ਼ਨ ਨਹੀਂ ਹੈਗੇ, ਜੇ ਉਸੇ ਹੀ ਭ੍ਰਿਸ਼ਟਾਚਾਰ ਮੁਹਿੰਮ 'ਚ ਆਪ ਉਲਝ ਕੇ ਰਹਿ ਜਾਂਦੇ ਆ ਤਾਂ ਉਹਨਾਂ ਦਾ ਜਿਹੜਾ ਗ੍ਰਾਫ ਆ ਉਹ ਬਹੁਤ ਜਿਹੜਾ ਆ ਹੇਠਾਂ ਆ ਸਕਦਾ। ਸੋ ਭਗਵੰਤ ਸਿੰਘ ਮਾਨ ਇਸ ਗੱਲ ਨਾਲ ਸਹਿਮਤ ਹੁੰਦੇ ਆ ਕਿ ਨਹੀਂ ਹੁੰਦੇ ਪਤਾ ਨਹੀਂ, ਪਰ ਇੱਥੇ ਤੁਹਾਡੇ ਧਿਆਨ ਚ ਹੋਰ ਲਿਆਉਣਾ ਕਿ ਪ੍ਰਤਾਪ ਸਿੰਘ ਬਾਜਵਾ ਹੁਣੀ ਪਿਛਲੇ ਦਿਨੀ ਜਦੋਂ ਇਹ ਗੱਲ ਚੱਲੀ ਸੀਗੀ ਕਿ 19 ਪਾਰਟੀਆਂ ਇਕੱਠੀਆਂ ਹੋ ਰਹੀਆਂ ਜਿਹੜਾ ਸੰਸਦ ਦਾ ਉਦਘਾਟਨ ਆ ਉਹਨੂੰ ਲੈ ਕੇ ਉਹਦੇ ਵਿਰੋਧ ਵਿੱਚ, ਤਾਂ ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਤੁਸੀਂ ਤਾਂ ਇਕੱਠੇ ਹੋ ਰਹੇ ਹੋ ਪਰ ਇੱਥੇ ਤਾਂ ਜਿਹੜੀ ਸਾਡੀ ਆ ਉਹ ਨਰਕ ਜ਼ਿੰਦਗੀ ਬਣੀ ਹੋਈ ਆ, ਸਾਨੂੰ ਤਾਂ ਚੁਣ ਕੇ ਟੰਗਿਆ ਜਾ ਰਿਹਾ। ਸੋ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਇਹ ਗੱਲ ਆ ਹੋ ਸਕਦਾ ਸੈਂਟਰ ਦੇ ਕੰਨਾਂ ਤੱਕ ਪੈ ਗਈ ਹੋਵੇ ਜਾਂ ਦੋਨਾਂ ਧਿਰਾਂ ਜਿਹੜਾ ਸਮਝੌਤਾ ਹੈ ਉਹ ਚੱਲ ਗਿਆ ਹੋਵੇ। ਇੱਕ ਗੱਲ ਹੋਰ ਜਿਹੜੀ ਵੱਡੀ ਗੱਲ ਕਰਨ ਵਾਲੀ ਇਹ ਆ ਕਿ ਹੋ ਸਕਦਾ
ਇਹ ਜਿਹੜੀ ਗੱਲ ਆ ਇਹ ਆਪਣੇ ਲੈਵਲ ਤੇ ਹੋਵੇ ਕਿ ਹੱਲੇ ਜਿਹੜੀ ਵੇਣੂ ਗੋਪਾਲ ਨੇ ਚਿੱਠੀ ਆਪਣੇ ਲੈਵਲ ਤੇ ਪਾਈ ਹੈ ਤੇ ਗੱਲ ਜਿਹੜੀ ਆ ਉਹ ਕਰਨੀ ਹੋਵੇ। ਦੂਜੇ ਬੰਦੇ ਇੱਕ ਹੋਰ ਗੱਲ ਵੀ ਹੈਗੀ ਆ ਕਿ ਇੱਕ ਪਾਸੇ ਤੁਸੀਂ ਪੰਜਾਬ ਵਿੱਚ ਤਾਂ ਕਹਿ ਰਹੇ ਹੋ ਕਿ ਅਸੀਂ ਭ੍ਰਿਸ਼ਟਾਚਾਰ ਰਹਿਣ ਨਹੀਂ ਦੇਣਾ, ਦੂਜੇ ਬੰਦੇ ਜਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਦਿੱਲੀ 'ਚ ਫੜ ਜਾਂਦੇ ਆ ਤਾਂ ਉਸ ਵੇਲੇ ਕਹਿੰਦੇ ਆ ਵਧੀਕੀ ਹੋ ਰਹੀ ਆ। ਸੋ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਅਪੀਲ ਆ ਹੋ ਸਕਦਾ ਰੰਗ ਲਿਆਈ ਹੋਵੇ ਜਾਂ ਕਾਂਗਰਸ ਪਾਰਟੀ ਜਿਹੜੀ ਉਹਨੇ ਆਪਣੇ ਲੈਵਲ ਤੇ ਵੀ ਇਹ ਗੱਲ ਹੱਲ ਲੱਭ ਲਿਆ ਹੋਵੇ ਕਿ ਭਗਵੰਤ ਸਿੰਘ ਮਾਨ ਦੀ ਜਿਹੜੀ ਇੱਕ ਮੁਹਿੰਮ ਆ। ਇਹਨਾਂ ਇੱਕ ਹੋਰ ਵੱਡੀ ਗੱਲ ਇਹ ਵੀ ਹੈ ਨਾ ਜੀ ਕਿ ਇਹਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਆ ਇਹਦੇ ਨਾਲ ਕਾਂਗਰਸ ਪਾਰਟੀ ਦੇ ਵਕਾਰ ਨੂੰ ਸੱਟ ਲੱਗਦੀ ਹੈ ਨਾ। ਹੁਣ ਇੰਜ ਭਗਵੰਤ ਸਿੰਘ ਮਾਨ ਦੀ ਜਿਹੜੀ ਇਹ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਇੱਕ ਕੰਪੇਨ ਆ ਇਹ ਤੋਂ ਇਹ ਲੱਗਦਾ ਕਿ ਕਾਂਗਰਸ ਸਾਰੀ ਦੀ ਸਾਰੀ ਭ੍ਰਿਸ਼ਟ ਸੀਗੀ। ਤੁਸੀਂ ਦੇਖੋ ਕਿ ਸਾਧੂ ਸਿੰਘ ਧਰਮਸੋਤ ਨੂੰ ਅੰਦਰ ਕਰ ਦਿੱਤਾ, ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਅੰਦਰ ਕਰ ਦਿੱਤੇ, ਫਿਰ ਜਿਹੜੇ ਸੀਗੇ ਉੱਥੋਂ ਹੁਸ਼ਿਆਰਪੁਰ ਤੋਂ ML ਜਿਹੜੇ ਸੀਗੇ ਮੰਤਰੀ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿੱਤਾ। ਤੇ ਆਪਾਂ ਜੇ ਗੱਲ ਗਿਲਜੀ ਦੀ ਗੱਲ ਕਰ ਲਈਏ ਉਹ ਵੀ ਤੇ ਹੁਣ ਚੰਨੀ ਦੁਆਲੇ ਪਏ ਹੋਏ ਆ। ਇਹਦਾ ਮਤਲਬ ਇਹ ਲੱਗਦਾ ਕਿ ਕਾਂਗਰਸ ਸਾਰੀ ਦੀ ਸਾਰੀ ਜਿਹੜੀ ਆ ਉਹ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਰਹੀ ਆ। ਜੀ ਪਰ ਇਹ ਬਹੁਤ ਵੱਡੀ ਅੰਦਰਲੀ ਗੱਲ ਹੈਗੀ ਹੈ ਕਿ ਮਤਲਬ ਕਿ ਇੱਕ ਪਾਸੇ ਦਾ CM ਮਾਨ ਜੋ ਹੈ ਪੰਜਾਬ ਦੇ ਵਿੱਚ ਭ੍ਰਿਸ਼ਟ ਲੀਡਰਾਂ ਨੂੰ ਹੈ ਨਾ ਡੱਕਣ ਦੇ ਵਿੱਚ ਲੱਗੀ ਹੋਈ ਹੈ, ਪਰ ਜੇਕਰ ਅਜਿਹੀਆਂ ਸ਼ਰਤਾਂ ਜੇਕਰ ਮੈਂ ਤੁਹਾਨੂੰ ਪੁੱਛਾਂ ਸਵਾਲ ਕਿ ਜੇਕਰ ਇਹ ਸ਼ਰਤ ਲਗਾ ਦਿੱਤੀ ਤਾਂ ਅਸਰ ਕੀ ਹੋਵੇਗਾ ਇਹਦੇ ਨਾਲ? ਮੈਂ ਪਹਿਲੇ ਕਹਿ ਦਿੱਤਾ ਕਿ ਇਹਦੇ ਨਾਲ ਜਿਹੜੇ ਇੱਕ ਹੁੰਦਾ ਕਿ ਇੱਕ ਬੜੀ ਪੰਜਾਬੀ 'ਚ ਬੋਲੀ ਆ ਕਿ ਮਰਦੀ ਨੇ ਅੱਖ ਚੱਬਿਆ ਤੇ ਭਗਵੰਤ ਸਿੰਘ ਮਾਨ ਨੂੰ ਮਰਦੇ ਨੂੰ ਅੱਕ ਕੇ ਚੱਬਣਾ ਪੈਣਾ, ਕਿਉਂਕਿ ਜੇ ਉਹਦੇ ਜਿਹੜਾ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨੇ ਕਹਿ ਦਿੱਤਾ ਕਿ ਰਾਜ ਸਭਾ ਵਿੱਚ ਅਸੀਂ ਉਹ ਆਰਡੀਨੈਂਸ ਸਿੱਟਣਾ ਆ, ਪਾਸ ਨਹੀਂ ਹੋਣ ਦੇਣਾ ਜਿਹਦੇ ਰਾਹੀਂ ਦਿੱਲੀ ਸਰਕਾਰ ਦੇ ਸਾਰੇ ਜਿਹੜੇ ਆ ਸ਼ਕਤੀਆਂ ਅਧਿਕਾਰ ਆ ਖੋਏ ਗਏ ਆ, ਤਦ ਮੈਨੂੰ ਇਹ ਲੱਗਦਾ ਕਿ ਭਗਵੰਤ ਸਿੰਘ ਮਾਨ ਦੀ ਮਜਬੂਰੀ ਬਣ ਜਾਊਗੀ ਕਿ ਉਹਨੂੰ ਜਿਹੜੀ ਮੁਹਿੰਮ ਆ ਉਹਨੂੰ ਰੋਕਣੀ ਪਊਗੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਜਿਹੜੀਆਂ ਬਰਾਮ ਲਾਉਣਾ ਪਊਗਾ, ਬ੍ਰੇਕਾਂ ਲਾਉਣੀ ਪੈਣਗੀਆਂ। ਬਹਾਨਾ ਕੋਈ ਵੀ ਹੋਵੇ, ਤੁਸੀਂ ਇੱਕ ਦੇਖੋ ਜੇ ਭਗਵੰਤ ਸਿੰਘ ਮਾਨ ਨੇ 3 ਦਿਨ ਪਹਿਲਾਂ ਕਿਹਾ ਸੀਗਾ ਕਿ ਮੈਂ ਚਰਨ ਸਿੰਘ ਚੰਨੀ ਨੂੰ 31 ਮਈ ਦਿੰਦਾ ਕਿ 31 ਮਈ ਨੂੰ 2 ਵਜੇ ਤੱਕ ਉਹ ਜਾਂ ਤਾਂ ਆਪਣਾ ਪੱਖ ਪੇਸ਼ ਕਰਦਾ ਹੈ ਨਹੀਂ ਤਾਂ ਫਿਰ ਮੈਂ ਜਿਹੜਾ ਆ ਉਹ ਸਭ ਕੁਝ ਖੋਲ ਦੂੰਗਾ। ਤੇ ਚਰਨ ਸਿੰਘ ਚੰਨੀ ਜਿਹੜੇ ਆ ਉਹ ਭਗਵੰਤ ਸਿੰਘ ਮਾਨ ਨੂੰ ਖੁੱਲ੍ਹੇਆਮ ਚੈਲੰਜ ਕਰ ਚੁੱਕੇ ਆ ਕਿ ਤੈਨੂੰ 31 ਮਾਰਚ ਵੇਟ ਕਰਨ ਦੀ ਲੋੜ ਨਹੀਂ, ਜੇ ਤੇ ਕੁਛ ਹੈਗਾ ਤਾਂ ਰੱਖ ਲਾ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਹੁਣ ਭਗਵੰਤ ਸਿੰਘ ਮਾਨ ਚੁੱਪ ਕਰ ਗਏ ਤਾਂ ਕੋਈ ਨਾ ਕੋਈ ਡੰਡਾ ਤਾਂ ਹੈਗਾ ਹੀ ਆ ਨਾ। ਤੇ ਇੱਕ ਇਹ ਵੀ ਕਹਿੰਦੇ ਹੁੰਦਾ ਕਿ ਚਿੜੀ ਵਿਚਾਰੀ ਕੀ ਕਰੀ ਠੰਡਾ ਪਾਣੀ ਪੀ ਮਰੇ। ਹੁਣ ਚਿੜੀ ਵਿਚਾਰੀ ਭਗਵੰਤ ਸਿੰਘ ਮਾਨ ਨੂੰ ਕੀ ਕਰਨਾ ਪਊਗਾ, ਠੰਡਾ ਪਾਣੀ ਪੀ ਕੇ ਤਾਂ ਮਰਨਾ ਪੈਣਾ ਉਹਨੂੰ। ਸੋ ਹੋ ਸਕਦਾ ਕਿ ਜਿਹੜੀ ਇੱਕ ਮੁਹਿੰਮ ਚੱਲੀ ਆ ਜਿਹੜੀ ਇੱਕ ਵੇਣੂ ਗੋਪਾਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਨੇ ਇੱਕ ਚਿੱਠੀ ਭੇਜੀ ਰਾਜਾ ਵੜਿੰਗ ਨੂੰ ਕਿ ਮੈਨੂੰ ਉਹ ਲਿਸਟ ਭੇਜੋ ਜਿਹੜੇ ਭਗਵੰਤ ਸਿੰਘ ਮਾਨ ਦੀ ਹਿੱਟ ਲਿਸਟ ਤੇ ਆ, ਤਾਂ ਇਹਦਾ ਜਿਹੜਾ ਕੋਈ ਨਾ ਕੋਈ ਜਿਹੜਾ ਆ ਅਰਥ ਤਾਂ ਹੈਗੇ ਹੀ ਆ। ਤੇ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਸਾਨੂੰ ਇੱਕ ਹੱਥ ਦੇਣਾ ਇੱਕ ਹੱਥ ਲੈਣਾ ਪੈਂਦਾ ਹੁੰਦਾ ਤੇ ਜੇ ਤੁਸੀਂ ਇੱਕ ਹੱਥ ਤੋਂ ਲੈਣਾ ਆ ਤਾਂ ਦੂਜਾ ਤੁਹਾਨੂੰ ਜਿਹੜਾ ਪਹਿਲਾਂ ਦੇਣਾ ਵੀ ਪੈ ਸਕਦਾ। ਜੀ ਬਨਵੈਤ ਜੀ, ਜੇਕਰ ਅਸੀਂ ਅੱਜ ਕੱਲ੍ਹ ਸੰਸਦ ਨੂੰ ਲੈ ਕੇ ਕਾਫੀ ਜ਼ਿਆਦਾ ਹੈ ਨਾ ਮੁੱਦੇ ਤੇ ਗੱਲ ਵੀ ਕਰ ਰਹੇ ਆ, ਉਧਰ ਭਖਿਆ ਵੀ ਹੋਇਆ ਹੈ ਕਿ ਇੱਕ ਪਾਸੇ ਰਾਸ਼ਟਰਪਤੀ ਦੇ ਉਦਘਾਟਨ ਨੂੰ ਲੈ ਕੇ ਕਹਿ ਰਹੇ ਕਿ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਉਦਘਾਟਨ, ਤੇ ਦੂਸਰੇ ਪਾਸੇ PM ਮੋਦੀ ਦਾ ਵੀ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਮੈਂ ਇਸ ਸੰਸਦ ਨੂੰ ਬਣਾਇਆ ਹੈ ਇਸ ਕਰਕੇ ਬਣਾਇਆ ਹੈ ਕਿ ਜੋ ਮੁਗਲਾਂ ਦਾ ਸ਼ਾਸਨ ਦੇ ਵਿੱਚ ਚੀਜ਼ਾਂ ਸੀਗੀਆਂ ਫਿਰ ਅੰਗਰੇਜ਼ਾਂ ਦੇ ਸ਼ਾਸਨ ਦੇ ਵਿੱਚ ਚੀਜ਼ਾਂ ਸੀਗੀਆਂ ਮੈਂ ਉਹਨਾਂ ਨੂੰ ਖਤਮ ਕਰਕੇ ਮੁੜ ਤੋਂ ਬਣਾਉਣਾ ਚਾਹੁੰਦਾ ਹੈ। ਇਹ ਕੀ ਅੰਦਰਲੀ ਕੁੰਡੀ ਹੈ? ਗਰਮਾ ਜੀ, ਵੈਸੇ ਮੈਂ ਇਹ ਜਿਹੜਾ ਇੱਕ ਉਹਨਾਂ ਦੀ ਜਿਹੜੀ ਇੱਛਾ ਹੈ ਜਿਹੜਾ ਉਹਨੇ ਇੱਕ ਕਿਹਾ ਉਹਦੇ ਗੱਲ ਕਰਨ ਤੋਂ ਪਹਿਲਾਂ ਥੋੜਾ ਦੱਸਦਾ ਇਹ ਕਿ ਜਿਹੜੀ ਦੇਸ਼ ਦੀ ਨਵੀਂ ਸੰਸਦ ਹੈ ਨਾ ਜੀ ਇਹ 836 ਕਰੋੜ ਰੁਪਏ ਤੇ ਖਰਚਾ ਆਇਆ ਜੀ, 85 ਏਕੜ 'ਚ ਬਣੀ ਹੋਈ ਆ। ਤੁਹਾਨੂੰ ਇੱਕ ਹੋਰ ਦੱਸਦਾ, ਇੱਕ ਤੇ 85 ਬਿਲਡਿੰਗਾਂ ਆ ਜਿਹਦੇ 'ਚ PM ਦੀ ਰਿਹਾਇਸ਼ ਵੀ ਹੋਊਗੀ। ਸਭ ਤੋਂ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਸੰਗਮਰਮਰ ਆ ਉਹ ਰਾਜਸਥਾਨ ਤੋਂ ਲੱਗ ਰਿਹਾ, ਜਿਹੜਾ ਰੇਤ ਆ ਉਹ ਲੱਗ ਰਿਹਾ ਹਰਿਆਣਾ ਤੋਂ, ਜਿਹੜਾ ਫਰਨੀਚਰ ਆ ਉਹ ਮੁੰਬਈ ਤੋਂ ਮੰਗਾਇਆ ਜਾਣਾ, ਜਿਹੜੀ ਫਾਲ ਸੀਲਿੰਗ ਛੱਤ ਨਾ ਹੋਣੀ ਆ ਉਹ ਕਿਸੇ ਜਿਹੜਾ ਦਮਨ ਤੇ ਦਾਦਰੀ ਆ ਉੱਥੋਂ ਆ ਰਹੀ ਆ। ਸੋ ਇਹ ਇੱਕ ਵੱਖਰੀ ਕਿਸਮ ਦਾ ਜਿਹੜਾ ਆ ਹੈ ਤਾਂ ਹੈ ਇਹ ਗੱਲ ਕਿ ਵੱਖਰੀ ਕਿਸਮ ਦੀ ਬਿਲਡਿੰਗ ਤਾਂ ਜਿਹੜੀ ਉਹ ਹੋਊਗੀ। ਪਰ ਤੁਹਾਨੂੰ ਇੱਕ ਹੋਰ ਦੱਸਦਾ ਇਹ ਕਿ ਸੁਪਰੀਮ ਜਿਹੜੀ ਆ ਵਿਰੋਧੀ ਧਿਰ ਹੈ ਨਾ ਜੀ ਉਹਨਾਂ ਨੇ ਸਿਰਫ ਦਰਵਾਜ਼ਾ ਨਹੀਂ ਮਤਲਬ ਸਿਰਫ ਖੜਕਾਇਆ ਕਿ ਤੁਸੀਂ ਇਕੱਠੇ ਹੋ ਜਾਈਏ, ਬਲਕਿ ਉਹਨਾਂ ਨੇ ਇੱਕ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਉਹ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਨੇ ਰੱਦ ਕਰਤੀ, ਸੁਣੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਸ ਸੰਵਿਧਾਨ ਦੇ ਸੈਕਸ਼ਨ 79 ਦਾ 79 ਦਾ ਤੁਸੀਂ ਸਹਾਰਾ ਲੈਂਦੇ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਉਹ ਦਾ ਉਦਘਾਟਨ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤੇ ਤੁਸੀਂ ਪਟੀਸ਼ਨ ਦਾਇਰ ਕਰਨ ਵੇਲੇ ਕਿਉਂ ਨਹੀਂ ਸੋਚਿਆ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੋਊਗੀ ਹੈਗੀ। ਸੋ ਇਹ ਸਾਰਾ ਕੁਝ ਜਿਹੜਾ ਆ ਇਹ ਇੱਥੇ ਆ ਕੇ ਖੜਦਾ ਕਿ ਨਰਿੰਦਰ ਮੋਦੀ ਜਿਹੜੇ ਆ ਉਹ ਉਦਘਾਟਨ ਆਪ ਕਰਨਾ ਚਾਹੁੰਦੇ ਆ। ਪਰ ਇੱਥੇ ਦੱਸਦਾ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਰਾਸ਼ਟਰਪਤੀ ਆ ਦੇਸ਼ ਦੀ ਦ੍ਰੋਪਦੀ ਮੁਰਮੂ ਉਹਦਾ ਇੱਕ ਤਾਂ ਗੱਲ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਉਦਘਾਟਨ ਨਾ ਕਰਨ ਦੇਣਾ। ਹੁਣ ਉਹੀ ਜਿਹੜੇ ਵਿਰੋਧੀ ਦਲ ਆ ਵਿਰੋਧੀ ਦਲ ਉਹੀ
ਕਹਿ ਰਹੇ ਆ ਕਿ ਰਾਸ਼ਟਰਪਤੀ ਦਾ ਉਦਘਾਟਨ ਕਰਾਓ, ਉਹੀ ਵਿਰੋਧੀ ਸੀਗੇ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਸੀ ਜਿਨ੍ਹਾਂ ਨੇ ਦ੍ਰੋਪਦੀ ਮੁਰਮੂ ਦਾ ਵਿਰੋਧ ਕੀਤਾ ਸੀਗਾ। ਸੋ ਇਸ ਕਰਕੇ ਜਿਹੜੀ ਇਹ ਕੁਦਰਤੀ ਇੱਕ ਜਿਹੜੀ ਸਿਆਸਤ ਲੱਗਦੀ ਆ। ਦੂਜੀ ਗੱਲ ਤੁਸੀਂ ਇਹ ਕਹੀ ਆ ਕਿ ਕੀ ਜਿਹੜਾ ਨਰਿੰਦਰ ਮੋਦੀ ਹੁਣੀ ਆ ਉਹ ਜਿਵੇਂ ਉਹਨੇ ਕਿਹਾ ਕਿ ਮੈਂ ਸਾਰਾ ਕੁਝ ਦਾ ਮਲੀਆ ਮੇਟ ਕਰਨਾ ਚਾਹੁੰਦਾ, ਪਰ ਤੁਹਾਨੂੰ ਕਿਤੇ ਹੋਰ ਦੱਸਦਾ ਵੱਡੀ ਗੱਲ ਇਹ ਹੈ, ਅੰਦਰਲੀ ਗੱਲ ਇਹ ਆ ਕਿ ਜੇ ਤੁਸੀਂ ਅੰਗਰੇਜ਼ ਸਾਮਰਾਜ ਜਾਂ ਮੁਗਲਾਂ ਦੇ ਜਿਹੜੀ ਹਕੂਮਤ ਹੈ ਉਹਦੇ ਬਿੱਲ ਸਾਰਾ ਕੁਝ ਜ਼ਿਆਦਾ ਮਿਟਾਉਣੀਆਂ ਚਾਹੁੰਦੇ ਹੋ ਤਾਂ ਜਿਹੜੇ ਇਹ ਆਰਕੀਟੈਕਟ ਆ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਉਹ ਵੀ ਦੋਨੇ ਅੰਗਰੇਜ਼ ਆ। ਇਹ ਗਲਤ ਹੈ ਇਹ। ਦੂਜੀ ਗੱਲ ਇਹ ਕਿ ਕੀ ਤੁਸੀਂ ਇਤਿਹਾਸ ਨੂੰ ਮਿਟਾ ਸਕਦੇ ਹੋ? ਜਿਹੜੀ ਹਿਸਟਰੀ ਆ ਉਹ ਤੁਸੀਂ ਅਲੋਪ ਕਰ ਸਕਦੇ ਹੋ? ਉਹ ਨਹੀਂ ਹੋਣੀ ਹੈਗੀ। ਤੁਸੀਂ ਇਤਿਹਾਸ ਨੂੰ ਮਿਟਾ ਨਹੀਂ ਸਕਦੇ, ਤੁਸੀਂ ਨਵਾਂ ਇਤਿਹਾਸ ਸਿਰਜ ਸਕਦੇ ਹੋ। ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਇਤਿਹਾਸ ਮਿਟਾਉਣ ਦੀ ਥਾਂ ਜੇ ਨਵਾਂ ਇਤਿਹਾਸ ਸਿਰਜੋ, ਤੁਸੀਂ ਕੀ ਭੁੱਲ ਜਾਓਗੇ ਕਿ ਮੁਗਲਾਂ ਨੇ ਸਿਕੰਦਰ ਬਾਦਸ਼ਾਹ ਨੇ ਰਾਜਾ ਪੋਰਸ ਨੇ ਸਾਡੇ ਤੇ ਹਮਲੇ ਕੀਤੇ ਸੀਗੇ, ਅੰਗਰੇਜ਼ਾਂ ਦੀ ਸਾਨੂੰ ਗੁਲਾਮੀ ਸਹਿਣੀ ਪਈ ਆ। ਪਰ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਇਹ ਕਰ ਸਕਦੇ ਹੋ ਕਿ ਜੋ ਕੁਝ ਸਾਨੂੰ ਅੰਗਰੇਜ਼ਾਂ ਨੇ ਗੁਲਾਮੀ ਦੇ ਰੱਖੀ ਆ, ਜੋ ਸਾਡੇ ਤੇ ਮੁਗਲਾਂ ਨੇ ਤਸ਼ੱਦਦ ਕੀਤੇ ਆ, ਉਹਦੇ ਉਲਟ ਅਸੀਂ ਲੋਕਾਂ ਨੂੰ ਇਨਸਾਫ ਦੇਣਾ ਪਈਏ, ਉਹਦੇ ਉਲਟ ਅਸੀਂ ਲੋਕਾਂ ਨੂੰ ਵਧੀਆ ਪੜ੍ਹਾਈ ਦੇ ਦਈਏ, ਉਹਦੇ ਉਲਟ ਅਸੀਂ ਜਿਹੜੀਆਂ ਔਰਤਾਂ ਉਹਨਾਂ ਨੂੰ ਬਰਾਬਰ ਦਾ ਸਥਾਨ ਦੇ ਦਈਏ, ਉਹਦੇ ਉਲਟ ਅਸੀਂ ਜਿਹੜੀ ਇੱਕ ਪਿੰਡੂ ਸਿਹਤ ਸਹੂਲਤਾਂ ਆ ਉਹ ਪਹੁੰਚਾ ਦਈਏ ਜੀ। ਜਾਂ ਫਿਰ ਔਰਤਾਂ ਨੂੰ ਜੇਕਰ ਕਹਿ ਲਈਏ ਬਨਵੈਦ ਜੀ ਕਿ ਔਰਤਾਂ ਨੂੰ ਮਤਲਬ ਕਿ ਇੰਨੀ ਜ਼ਿਆਦਾ ਵਿਲ ਪਾਵਰ ਜਾਂ ਸਕਿਲਡ ਵੇਸਟ ਬਣਾ ਦਿੱਤਾ ਜਾਵੇ ਕਿ ਉਹ ਇੱਕ ਆਦਮੀ ਦੀ ਗੁਲਾਮ ਨਾ ਬਣ ਕੇ ਰਹਿ ਜਾਵੇ, ਸਗੋਂ ਆਪਣੇ ਪੈਰਾਂ ਤੇ ਸਕਿਲਡ ਹੋਵੇ ਤੇ ਇੰਡੀਪੈਂਡੈਂਟ ਵੀ ਹੋਵੇ ਜੀ। ਫਿਰ ਤੁਸੀਂ ਜਿਹੜੀ ਆ ਸਿੱਖਿਆ ਆ ਇਹਨੂੰ ਘਰ ਘਰ ਪਹੁੰਚਾ ਦਿਓ। ਇਹ ਜਿਹੜਾ ਕੁਝ ਕਰਨ ਨਾਲ ਜਿਹੜਾ ਆ ਉਹ ਉਹਨਾਂ ਲੋਕਾਂ ਨੂੰ ਭੁੱਲ ਸਕਦੇ ਆ, ਉਹ ਇਤਿਹਾਸ ਜਿਹੜਾ ਆ ਉਹ ਫਿੱਕਾ ਪੈ ਸਕਦਾ। ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਸੀਂ ਇੱਕ ਸਿਸਟਮ ਨੂੰ ਬਦਲਣਾ ਚਾਹੀਦਾ, ਨਾ ਕਿ ਇਤਿਹਾਸ ਨੂੰ। ਇਤਿਹਾਸ ਤਾਂ ਕੋਈ ਬਦਲ ਨਹੀਂ ਸਕਿਆ। ਜੇ ਤੁਸੀਂ ਸਿਸਟਮ ਬਦਲ ਦਿਓ ਤਾਂ ਇਤਿਹਾਸ ਕੁਦਰਤੀ ਆਪਣੇ ਆਪ ਜਿਹੜਾ ਆ ਉਹ ਫਿੱਕਾ ਪੈ ਜਾਂਦਾ, ਫੇਡ ਹੋ ਜਾਂਦਾ। ਨਾਲੇ ਬਨਵੈਦ ਜੀ ਇਤਿਹਾਸ ਬਦਲਣੇ ਦੀ ਬਜਾਏ ਜੇਕਰ ਇਤਿਹਾਸ ਰਚਾਉਣ ਦੀ ਕੋਸ਼ਿਸ਼ ਵੀ ਅਸੀਂ ਕਰ ਸਕਦੇ ਆ, ਜੇਕਰ ਜਿਹੜੇ ਤੁਸੀਂ ਗੱਲਾਂ ਕਹੀਆਂ ਹੈ ਜੇਕਰ ਉਹ ਗੱਲਾਂ ਅਸੀਂ ਕਰ ਵੀ ਲਈਏ ਹੈ ਨਾ, ਅਪਣਾ ਵੀ ਲਈਏ ਤਾਂ ਕਿੰਨਾ ਵਧੀਆ ਹੋ ਜੂ। ਤੇ ਸਾਡੀ ਲਾਈਕ ਅਸੀਂ ਕਹਿ ਲਈਏ ਕਿ ਜਿਹੜਾ ਇੰਡੀਆ ਹੈ ਉਹ ਅੱਜ ਕੱਲ ਹੈ ਨਾ ਵਿਕਾਸਸ਼ੀਲ ਹੈ, ਵਿਕਸਿਤ ਹੋ ਜਾਊਗਾ ਜੇਕਰ ਇਹ ਗੱਲਾਂ ਅਪਣਾ ਲਈਏ ਤੇ ਇਤਿਹਾਸ ਜੋ ਹੈ ਨਵਾਂ ਰਚ ਸਕਦੇ ਹਾਂ ਅਸੀਂ ਜੀ। ਇੱਕ ਇਹਦੇ ਨਾਲ ਜਿਹੜੀ ਹੋਰ ਗੱਲ ਇਹ ਆ ਕਿ ਦੇਖੋ ਜਿਹੜਾ ਰਾਸ਼ਟਰਪਤੀ ਆ ਉਹ ਰਾਸ਼ਟਰ ਦਾ ਮੁਖੀ ਹੁੰਦਾ ਜੀ। ਰਾਸ਼ਟਰਪਤੀ ਰਾਸ਼ਟਰ ਦਾ ਮੁਖੀ ਹੁੰਦਾ, ਪ੍ਰਧਾਨ ਮੰਤਰੀ ਜਿਹੜਾ ਆ ਉਹ ਇੱਕ ਸਿਆਸੀ ਪਾਰਟੀ ਦਾ ਹੁੰਦਾ। ਚਾਹੇ ਰਾਸ਼ਟਰਪਤੀ ਵੀ ਦਾ ਜਿਹੜੀ ਪਿਛੋਕੜਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ, ਪਰ ਉਹ ਜਦੋਂ ਰਾਸ਼ਟਰ ਮੁਖੀ ਆ ਤਾਂ ਇਹਦਾ ਕਿਸੇ ਪਾਰਟੀ ਨਾਲ ਕੋਈ ਲੇਖਾ ਦੇਖਾ ਨਹੀਂ ਰਹਿ ਜਾਂਦਾ ਹੁੰਦਾ। ਸੋ ਪ੍ਰਧਾਨ ਇੱਕ ਜਦੋਂ ਰਾਸ਼ਟਰ ਦਾ ਮੁਖੀ ਆ, ਔਰ ਦੂਜੀ ਗੱਲ ਇਹ ਕਿ ਰਾਸ਼ਟਰਪਤੀ ਜਿਹੜਾ ਸੰਸਦ ਦਾ ਮੁਖੀ ਆ, ਸੰਵਿਧਾਨਕ ਤੌਰ ਤੇ ਮੁਖੀ ਆ, ਉਹਦਾ ਹੱਕ ਬਣਦਾ ਹੁੰਦਾ ਉਦਘਾਟਨ ਕਰਨ ਦਾ, ਨਾ ਕਿ ਪ੍ਰਧਾਨ ਮੰਤਰੀ ਜਿਹੜਾ ਇੱਕ ਪਾਰਟੀ ਨਾਲ ਜੁੜਿਆ ਹੋਇਆ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਆ ਕਿ ਕਹਿੰਦੇ ਮੈਂ ਨਾ ਮੰਨੂ, ਉਹ ਉਹਨਾਂ ਨੇ ਪਤਾ ਲੱਗਾ ਕਿ ਉਹਨਾਂ ਨੇ ਸੱਦਾ ਵੀ ਨਹੀਂ ਦਿੱਤਾ ਹੈਗਾ। ਹਾਲਾਂਕਿ ਜਿਹੜੀ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਈ ਸੀਗੀ ਉਹ 'ਚ ਇਹੀ ਕਿਹਾ ਗਿਆ ਸੀ ਕਿ ਜਿਹੜੇ ਲੋਕ ਸਭਾ ਦੇ ਜਿਹੜਾ ਸਕੱਤਰ ਤੇ ਆ ਉਹਨੂੰ ਹਦਾਇਤ ਕੀਤੀ ਜਾਵੇ ਕਿ ਉਹਨੂੰ ਇਨਵਾਈਟ ਕੀਤਾ ਜਾਵੇ ਜਾਂ ਉਦਘਾਟਨ ਉਹ ਕਰਨ। ਪਰ ਦੇਖੋ ਇਹ ਆ ਕਿ ਨਰਿੰਦਰ ਮੋਦੀ ਹੁਣੀ ਇੱਕ ਨਵਾਂ ਜਿਵੇਂ ਆਪਾਂ ਕਹਿ ਲਈਏ ਕਿ ਨਵਾਂ ਸੰਸਦ ਬਿਲਡਿੰਗ ਬਣਾ ਕੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਬਿਲਡਿੰਗ ਹੈ ਖੜੀ ਕਰਤੀ, ਇਤਿਹਾਸ ਜਿਹੜਾ ਉਹ ਕਰਤਾ। ਇੱਕ ਹੋਰ ਵੀ ਇਹਦਾ ਪੱਖ ਜਿਹੜਾ ਚੰਗਾ ਪੱਖ ਲੈ ਸਕਦੇ ਆਪਾਂ ਇਹ ਕਿ ਇੱਥੇ ਜਿਹੜਾ ਆ ਕਈ ਹਜ਼ਾਰ ਮੀਟ੍ਰਿਕ ਟਨ ਜਿਹੜਾ ਲੋਹਾ ਲੱਗਾ, ਕਈ ਹਜ਼ਾਰ ਮੀਟ੍ਰਿਕ ਟਨ ਸਟੀਲ ਲੱਗਾ, ਕਈ ਹਜ਼ਾਰ ਮੀਟ੍ਰਿਕ ਟਨ ਜਿਹੜਾ ਆ ਉਹ ਲੋਹਾ ਲੱਗਾ, ਸਟੀਲ ਲੱਗਾ, ਤੇ ਨਾਲ ਇਹ ਵੀ ਪਤਾ ਲੱਗਾ ਕਿ ਕਈ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਰਿਹਾ। ਸੋ ਇੱਕ ਤਾਂ ਚੰਗਾ ਪੱਖ ਤਾਂ ਹੈਗਾ, ਪਰ ਇਹ ਜਿਹੜਾ ਉਦਘਾਟਨ ਕਰਨ ਦਾ ਹੱਕ ਆ ਉਹ ਸਿਰਫ ਆਪ ਰੱਖਣਾ ਜਾਂ ਜਿਹੜਾ ਆਪ ਰਹਿਣਾ ਹਮੇਸ਼ਾ ਪਿਕਚਰ ਵਿੱਚ, ਉਹ ਸ਼ਾਇਦ ਜਿਹੜੀ ਪ੍ਰਧਾਨ ਮੰਤਰੀ ਦੀ ਕਮਜ਼ੋਰੀ ਆ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਵੀ ਕਿਸੇ ਸਟੇਜ ਤੇ ਕਹਿੰਦੇ ਹੁੰਦੇ ਆ ਕਿ ਮੈਂ ਤਾਂ ਆਪ ਰਾਸ਼ਟਰ ਆ, ਤੇ ਦੂਜੀ ਬਸ ਇਹ ਕਿ ਪ੍ਰਧਾਨ ਮੰਤਰੀ ਹਰ ਹੀਲੇ ਚਾਹੁੰਦੇ ਆ ਕਿ ਉਹ ਅਗਲੀਆਂ ਚੋਣਾਂ ਵਿੱਚ ਇੱਕ ਹੈਟ੍ਰਿਕ ਬਣਾ ਲੈਣ, ਤੇ ਦੂਜੀ ਪਾਸੇ ਜਿਹੜੇ ਵਿਰੋਧੀ ਧਿਰਾਂ ਆ ਉਹ ਜਿਹੜੀਆਂ ਆ ਉਹ ਵਿਕਟ ਪਹਿਲਾਂ ਗੇਰਨਾ ਚਾਹੁੰਦੀਆਂ। ਜਿਵੇਂ ਹੁਣ 19-20 ਪਾਰਟੀਆਂ ਇਕੱਠੀਆਂ ਹੋਈਆਂ, ਜੇ ਇਹਨਾਂ ਦਾ ਇੱਕਾ ਚੱਲਦਾ ਰਿਹਾ, ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਸਮੇਤ ਜਿਹੜੀ ਦੂਜੀਆਂ ਪਾਰਟੀਆਂ ਸਾਰੀਆਂ ਇਕੱਠੀਆਂ ਰਹੀਆਂ ਤਾਂ ਕੁਦਰਤੀ ਆ ਕਿ ਜਿਹੜਾ ਜੇ ਬੀਜੇਪੀ ਜਿਹੜੀ ਆ ਚੰਗੀ ਤਰ੍ਹਾਂ ਬਹੁਮਤੀ ਲੈ ਸਕੂਗੀ, ਟੱਕਰ ਤਾਂ ਜਿਹੜੀ ਆ ਉਹ ਬਣ ਜਾਊਗੀ। ਪਰ ਇੱਕ ਹੋਰ ਇੱਥੇ ਦੱਸਣਾ ਕਿ ਇਹ ਕਿ ਅੰਦਰਲੀ ਗੱਲ ਜਿਹੜੀ ਸਾਨੂੰ ਪਤਾ ਲੱਗੀ ਆ ਇਹ ਕਿ ਇੱਕ ਸਰਵੇ ਹੋਇਆ ਕਿ ਉਹ ਸਰਵੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਲੋਕਾਂ ਦੀ ਪਸੰਦੀ ਤੇ ਜਿਹੜੀ ਪ੍ਰਤੀਸ਼ਤ ਆ ਉਹ ਥੱਲੇ ਆਈ ਆ, ਤੇ ਰਾਹੁਲ ਗਾਂਧੀ ਜਿਹੜੀ ਹਰਮਨ ਪਿਆਰਤਾ ਆ ਉਹ ਜਿਹੜੀ ਵਧੀ ਆ। ਸੋ ਇਸ ਕਰਕੇ ਜਿਹੜਾ ਇਹ ਹੈਗਾ ਪ੍ਰਧਾਨ ਮੰਤਰੀ ਦੀ ਅੜੀ, ਇਹ ਕਈ ਵਾਰੀ ਜਿਹੜੀ ਸਾਨੂੰ ਉਹ ਮਹਿੰਗੀ ਪੈ ਜਾਂਦੀ ਆ। ਦੂਜੀ ਗੱਲ ਇਹ ਕਈ ਵਾਰੀ ਇਦਾਂ ਦੀਆਂ ਘਟਨਾਵਾਂ ਤੋਂ ਲੋਕ ਜਿਹੜੇ ਆ ਆਪਣਾ ਮਨ ਬਣਾ ਲੈਂਦੇ ਆ, ਪਰ
ਕਈ ਵਾਰੀ ਇਹ ਵੀ ਹੁੰਦਾ ਕਿ ਥੱਲੇ ਇਲੈਕਸ਼ਨ ਵਿੱਚ ਸਾਲ ਪਿਆ, ਸਾਲ ਤੱਕ ਬੜਾ ਕੁਝ ਜਿਹੜਾ ਆ ਉਹ ਬਦਲਦਾ ਹੁੰਦਾ, ਲੋਕਾਂ ਦੀ ਮਾਨਸਿਕਤਾ ਬਦਲਦੀ ਰਹਿੰਦੀ ਆ। ਕਈ ਵਾਰੀ ਤੁਹਾਡਾ ਜਿਹੜੀ ਇੱਕ ਪਾਰਟੀ ਆ ਕੇ ਲਹਿਰ ਬਣੀ ਹੁੰਦੀ ਆ, ਪਰ ਜਦੋਂ ਚੋਣਾਂ ਦੇ ਨੇੜੇ ਆ ਕੇ ਕੁਝ ਅਜਿਹਾ ਵਾਪਰਦਾ ਤਾਂ ਲੋਕ ਜਿਹੜੇ ਆ ਪਲਟ ਜਾਂਦੇ ਆ। ਵਿਨਵੈਦ ਜੀ, ਵੈਸੇ ਵੀ ਇਹ ਸਿਆਸਤ ਹੈ, ਪਲਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈਗਾ, ਇੱਕ ਦਿਨ ਦੇ ਵਿੱਚ ਸਰਕਾਰ ਬਦਲ ਜਾਂਦੀ ਹੈ। ਜੇਕਰ ਅਸੀਂ ਸੰਸਦ ਦੀ ਗੱਲ ਵੀ ਕਰ ਰਹੀਏ ਤਾਂ ਇਹ ਕਰੋਨਾ ਦੇ ਸਮੇਂ ਦੇ ਵਿੱਚ ਬਣੀ ਸੀ, ਉੱਥੇ ਹੀ ਸਿਆਸੀ ਪਾਰਟੀਆਂ ਨੇ ਕਾਫੀ ਜ਼ਿਆਦਾ ਇਹਦਾ ਵਿਰੋਧ ਵੀ ਕੀਤਾ ਸੀ, ਹੈ ਨਾ। ਸਿਆਸੀ ਪਾਰਟੀ ਦਾ ਇਹ ਕਹਿਣਾ ਕਿ ਜਿੱਥੇ ਤੁਸੀਂ ਇੰਨੇ ਪੈਸੇ ਇੱਥੇ ਇਨਵੈਸਟ ਕਰ ਰਹੇ ਹੋ, ਇਹ ਇੱਕ ਇਮਾਰਤ ਬਣਾਉਣ ਨੂੰ, ਜੇਕਰ ਤੁਸੀਂ ਲੋਕ ਭਲਾਈ ਦੇ ਹਿੱਤਾਂ ਦੇ ਵਿੱਚ, ਕਰੋਨਾ ਦੇ ਵਿੱਚ ਅਸੀਂ ਹਾਲਾਤ ਤਾਂ ਦੇਖੇ ਹੀ ਹੈ ਕੀ ਕੁਝ ਬਣੇ ਸੀਗੇ, ਕਿੰਨੇ ਕੁ ਜ਼ਿਆਦਾ ਲੋਕਾਂ ਦੀ ਹੈ ਨਾ ਮੌਤ ਵੀ ਹੋ ਜਾਂਦੀ ਸੀ। ਉੱਥੇ ਹੀ ਕਾਫੀ ਕੁਝ ਸੋਨੀਆ ਗਾਂਧੀ ਨੇ ਇੱਕ ਚਿੱਠੀ ਵੀ ਲਿਖੀ ਸੀ ਉਹਨਾਂ ਨੂੰ, ਮੋਦੀ ਜੀ ਨੂੰ। ਪਰ ਕੀ ਇਸ ਤੋਂ ਉਲਟੀ ਫਿਰ ਅੱਜ ਵੀ ਜਿਹੜੀ ਹੈ ਇਸ ਸੰਸਦ ਨੂੰ ਲੈ ਕੇ ਸਿਆਸਤ ਜੋ ਹੈ ਪੱਖ ਦੀ ਨਜ਼ਰ ਹੀ ਆ ਰਹੀ ਹੈ। ਮੈਂ ਇੱਕ ਹੋਰ ਦੱਸਣਾ ਹੈ ਗੱਲ ਜੀ 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 ਕਿ ਇਹ ਪੂਰੇ ਵਿਸ਼ਵ ਵਿੱਚੋਂ ਸਭ ਤੋਂ ਵੱਡੀ ਚੌਥੇ ਨੰਬਰ ਤੇ ਸੰਸਦ ਦੀ ਬਿਲਡਿੰਗ ਹੋਊਗੀ। ਜੀ ਜੀ। ਸਭ ਤੋਂ ਵੱਡੀ ਬਿਲਡਿੰਗ ਜਿਹੜੀ ਆ ਉਹ ਹੈਗੀ ਆ ਚੀਨ ਦੀ ਜੀ। ਉਹ ਤੋਂ ਬਾਅਦ ਆਉਂਦਾ ਰਮਾਨੀਆ, ਜੀ। ਰਮਾਨੀਆ ਬਾਅਦ ਅਮਰੀਕਾ, ਅਮਰੀਕਾ ਤੋਂ ਬਾਅਦ ਚੌਥੇ ਨੰਬਰ ਤੇ ਭਾਰਤ ਆ। ਜਿਹੜੀ ਚੀਨ ਦੀ ਸੰਸਦ ਭਵਨ ਹੈ ਨਾ ਜੀ, ਉਹਦੇ ਵਿੱਚ ਕੋਈ 2980 ਸੰਸਦ ਮੈਂਬਰ ਬੈਠ ਸਕਦੇ ਆ, ਤੇ ਜਿਹੜੀ ਸਾਡੀ ਪੰਜਾਬ ਦੀ ਭਾਰਤ ਦੀ ਨਵੀਂ ਬਣੀ ਆ ਇਹਦੇ ਵਿੱਚ 1273, 888 ਜਿਹੜੇ ਆ ਉਹ ਲੋਕ ਸਭਾ ਦੇ ਮੈਂਬਰ ਹੋਣਗੇ, ਤੇ ਜਿਹੜੇ 448 ਜਿਹੜੇ ਆ ਉਹ ਹੋਣਗੇ ਰਾਜ ਸਭਾ ਦੇ ਮੈਂਬਰ। ਸੋ ਇਹਦਾ ਮਤਲਬ ਇਹ ਆ ਕਿ ਇਹ ਇਸ਼ਾਰਾ ਕਰਦਾ ਇੱਕ ਕਿ ਨਰਿੰਦਰ ਮੋਦੀ ਹੁਣੀ ਅਗਲੇ ਚੋਣਾਂ ਜਾਂ ਉਸ ਤੋਂ ਅਗਲੇ ਚੋਣ ਤੱਕ ਜਿਹੜੇ ਆ ਉਹ ਜਿਹੜੀ ਆ ਹਲਕੇ ਆ, ਜਿਹੜੇ ਕਨਸਟੀਟੂਐਂਸੀ ਆ, ਉਹਨਾਂ ਦੀ ਜਿਹੜੀ ਆ ਡੀਲਿਮਿਟੇਸ਼ਨ ਕਰਨੀ ਚਾਹੁੰਦੀ ਆ, ਭਾਵ ਜਿਹੜੀ ਹੱਦਬੰਦੀ ਆ ਉਹ ਖਤਮ ਕਰਨੀ ਚਾਹੁੰਦੇ ਆ, ਖਤਮ ਕਰਕੇ ਉਹਨੂੰ ਚੇਂਜ ਕਰਕੇ ਜਿਹੜੇ ਹਲਕੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵਧਾਉਣੀ ਚਾਹੁੰਦੀ ਆ। ਜੀ ਵਿਨਵੈਦ ਜੀ, ਜਿਹੜੀ ਸੰਸਦ ਦਾ ਮੁੱਦਾ ਹੈ ਕਿ ਇਹ 2024 ਦੀਆਂ ਇਲੈਕਸ਼ਨਸ ਦੇ ਵਿੱਚ ਬੀਜੇਪੀ ਨੂੰ ਭਾਰੀ ਪੈ ਸਕਦਾ ਹੈ, ਜਿਵੇਂ ਕਿ ਇੱਕ ਪਾਸੇ ਵਿਰੋਧੀ ਧਿਰਾਂ ਸਭ ਇਕੱਠੀਆਂ ਹੋ ਰਹੀਆਂ ਨੇ? ਦੇਖੋ, ਤੁਹਾਨੂੰ ਪਹਿਲਾਂ ਦੱਸਿਆ ਕਿ ਬਹੁਤ ਵਾਰੀ ਜਿਹੜੇ ਮੁੱਦੇ ਆ ਉਹ ਆ ਕੇ ਚੋਣਾਂ ਦੇ ਕੋਲ ਬਦਲ ਜਾਂਦੇ ਆ। ਦੂਜੀ ਗੱਲ ਇਹ ਕਿ ਜੇ ਉਦੋਂ ਤੱਕ ਇਹ ਪਾਰਟੀਆਂ ਜੁੜੀਆਂ ਰਹੀਆਂ, ਕਿਉਂਕਿ ਅਕਸਰ ਦੇਖਿਆ ਪਿਛਲੇ ਸਮੇਂ ਦੌਰਾਨ ਕਿ ਤੁਸੀਂ ਪੰਜਾਬ ਦੀ ਗੱਲ ਕਰੋ, ਕਿਤੇ ਗੱਲ ਕਰ ਲਓ, ਜਿਹੜੇ ਵਿਰੋਧੀ ਪਾਰਟੀਆਂ ਉਹ ਲੰਮਾ ਸਮਾਂ ਇਕੱਠਿਆਂ ਨਹੀਂ ਚੱਲ ਸਕਦੀਆਂ ਹੁੰਦੀਆਂ। ਸੋ ਜੇ ਇਹ ਇਕੱਠੀਆਂ ਰਹੀਆਂ ਲੰਮਾ ਸਮਾਂ, ਸਗੋਂ ਇਹਨਾਂ ਦੇ ਨਾਲ ਜਿਹੜੀਆਂ ਹੋਰ ਪਾਰਟੀਆਂ ਜੁੜਦੀਆਂ ਰਹੀਆਂ, ਤਦ ਬੀਜੇਪੀ ਲਈ ਬਹੁਤ ਵੱਡੀ ਟੱਕਰ ਆ ਉਹ ਹੋ ਸਕਦੀ ਹੈ। ਜੀ ਵਿਨਵੈਦ ਜੀ, ਅਸੀਂ ਸੰਸਦ ਦੇ ਮੁੱਦੇ ਤੋਂ ਹਟ ਕੇ ਜੇਕਰ ਗੱਲ ਕਰ ਲਈਏ ਸੀਐਮ ਮਾਨ ਦੀ, ਤਾਂ ਸੀਐਮ ਮਾਨ ਨੇ ਨੀਤੀ ਆਯੋਗ ਦਾ ਜੋ ਸੀਗਾ ਉਹਦਾ ਬਾਈਕਾਟ ਕੀਤਾ ਸੀਗਾ, ਪਰ ਹੁਣ ਸੀਐਮ ਮਾਨ ਸਣੇ ਕਈ ਹੋਰ ਮੁੱਖ ਮੰਤਰੀ ਵੀ ਜੋ ਹੈ ਇਸ ਦਾ ਬਾਈਕਾਟ ਕਰ ਰਹੇ। ਕੀ ਅੰਦਰਲੀ ਕੁੰਡੀ? ਗਰਮੀ ਜੀ, ਮੈਂ ਦੱਸਦਾ ਤੁਹਾਨੂੰ, ਇੱਕ ਨਾ ਪਲੈਨਿੰਗ ਬੋਰਡ ਹੁੰਦਾ ਸੀਗਾ, ਉਸ ਪਲੈਨਿੰਗ ਬੋਰਡ ਦਾ ਨਾਂ ਜਿਹੜਾ ਆ ਉਹ ਨੀਤੀ ਆਯੋਗ ਬਣਾ ਦਿੱਤਾ। ਤੁਹਾਡੇ ਧਿਆਨ ਚ ਹੋਣਾ ਕਿ ਆਪਾਂ ਮਨਟੇਕ ਸਿੰਘ ਆਹਲੂਵਾਲੀਆ ਦੀ ਗੱਲ ਕਰ ਲਈਏ, ਮਨਟੇਕ ਸਿੰਘ ਆਹਲੂਵਾਲੀਆ ਹੁਣੀ ਪਲੈਨਿੰਗ ਬੋਰਡ ਦੇ ਚੇਅਰਮੈਨ ਰਹੇ ਆ। ਇਹ ਉਹੀ ਪਲੈਨਿੰਗ ਬੋਰਡ ਆ ਜਿਹਦਾ ਨਾਂ ਹੁਣ ਨੀਤੀ ਆਯੋਗ ਕਰਤਾ। ਜਿਹੜੀ ਬਹੁਤੇ ਸਾਡੇ ਫਾਈਨਾਂਸ ਦੇ ਮਸਲੇ, ਪੈਸੇ ਨਾਲ ਜੁੜੇ ਮਸਲੇ ਆ, ਉਹ ਨੀਤੀ ਆਯੋਗ ਨਾਲ ਜੁੜੇ ਹੁੰਦੇ ਆ। ਇੱਕ ਤਾਂ ਇਹ। ਦੂਜੀ ਗੱਲ ਇਹ ਕਿ ਅੱਜ ਨੀਤੀ ਆਯੋਗ ਦੀ ਮੀਟਿੰਗ ਸੀ, ਪਰਸੋਂ 2 ਦਿਨ ਪਹਿਲਾਂ ਭਗਵੰਤ ਸਿੰਘ ਮਾਨ ਨੇ ਕਹਿਤਾ ਕਿ ਉਹ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਤਾਂ ਕਿਹਾ ਸੀ ਕਿ ਮੈਂ ਸਿਰਫ ਫੋਟੋ ਖਿਚਾਉਣ ਨਹੀਂ ਜਾਣਾ, ਜਦੋਂ ਸਾਡੀਆਂ ਗੱਲਾਂ ਨਹੀਂ ਮੰਨਣੀਆਂ, ਗੱਲਾਂ ਨਹੀਂ ਸੁਣਨੀਆਂ, ਤਾਂ ਮੈਂ ਉੱਥੇ ਕੀ ਕਰਨ ਜਾਣਾ। ਉਹਨਾਂ ਤੋਂ ਬਾਅਦ ਕੱਲ ਜਿਹੜੇ ਅਰਵਿੰਦ ਕੇਜਰੀਵਾਲ ਆ, ਆਮ ਆਦਮੀ ਪਾਰਟੀ ਦੇ ਸੁਪਰੀਮੋ ਆ, ਦਿੱਲੀ ਦੇ ਮੁੱਖ ਮੰਤਰੀ ਆ, ਉਹਨਾਂ ਨੇ ਕਹਿਤਾ ਸੀਗਾ ਕਿ ਮੈਂ ਨੀਤੀ ਆਯੋਗ ਦੀ ਮੀਟਿੰਗ 'ਚ ਨਹੀਂ ਸ਼ਾਮਲ ਹੋਣਾ, ਇਸ ਕਰਕੇ ਕਿਉਂਕਿ ਤੁਸੀਂ ਜਿਹੜਾ ਜਿਹੜਾ ਆਰਡੀਨੈਂਸ ਆ ਉਹ ਲਿਆਂਦਾ। ਤੁਹਾਡੇ ਥੋੜਾ ਆਰਡੀਨੈਂਸ ਬਾਰੇ ਥੋੜਾ ਦੱਸਦਾ ਹੈ ਕਿ ਦਿੱਲੀ ਵਿੱਚ ਜਿਵੇਂ ਪੰਜਾਬ 'ਚ ਗਵਰਨਰ ਹੁੰਦਾ, ਜਿਵੇਂ ਦਿੱਲੀ ਵਿੱਚ ਲੈਫਟੀਨੈਂਟ ਗਵਰਨਰ ਹੁੰਦਾ। ਜਿਹੜਾ ਲੈਫਟੀਨੈਂਟ ਗਵਰਨਰ ਆ ਉਹਨੂੰ ਸਾਰੀਆਂ ਪਾਵਰਾਂ ਸੀਗੀਆਂ ਕਿ ਉਹ ਬਦਲੀਆਂ ਤੇ ਤਾਇਨਾਤੀਆਂ ਕਰ ਸਕਦਾ। ਤੇ ਪਿੱਛੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਚਲੇ ਗਈ, ਸੁਪਰੀਮ ਕੋਰਟ ਨੇ ਫੈਸਲਾ ਕਰਤਾ ਕਿ ਜਿਹੜੇ ਅਧਿਕਾਰ ਆ ਉਹ ਸਰਕਾਰ ਨੂੰ ਦੇ ਦਿੱਤੇ, ਪਰ ਸੈਂਟਰ ਸਰਕਾਰ ਨੇ ਇੱਕ ਜਿਹੜਾ ਹੈਗਾ ਆਰਡੀਨੈਂਸ ਜਾਰੀ ਕਰਤਾ, ਉਹਦੇ ਵਿੱਚ ਇਹ ਕਰਤਾ ਕਿ ਤੁਸੀਂ ਜਿਹੜਾ ਆ ਮੁੜ ਕੇ ਪਾਵਰਾਂ ਜਿਹੜੀਆਂ ਡਾਇਰੈਕਟਿਵ ਉਹਨੂੰ ਚਲ ਗਈਆਂ। ਸੋ ਕੇਜਰੀਵਾਲ ਨੇ ਇਹ ਵਿਰੋਧ ਕੀਤਾ ਸੀਗਾ। ਕੇਜਰੀਵਾਲ ਦਾ ਕਹਿਣਾ ਵੀ ਇਹ ਸੀਗਾ ਕਿ ਜੋ ਅਸੀਂ ਫੈਸਲੇ ਵਾਸਤੇ 8 ਸਾਲ ਲੜੇ, ਤੁਸੀਂ 8 ਦਿਨਾਂ ਦੇ ਵਿੱਚ ਇਹ ਸਾਰਾ ਤਖਤਾ ਜੀ ਪਲਟਦਾ। ਜੀ। ਸੋ ਉਹਨਾਂ ਤੋਂ ਬਾਅਦ ਅੱਜ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਆ, ਉਹਨਾਂ ਨੇ ਵੀ ਐਲਾਨ ਕਰਤਾ ਕਿ ਉਹ ਨਹੀਂ ਹੋਣਗੇ। ਉਹਨਾਂ ਨੇ ਵੈਸੇ ਜਿਹੜਾ ਮੇਨ ਕਾਰਨ ਦੱਸਿਆ ਉਹ ਇਹੀ ਦੱਸਿਆ ਕਿ ਜਿਹੜਾ ਰਾਸ਼ਟਰਪਤੀ ਜੀ ਨੂੰ ਉਦਘਾਟਨ ਕਰਨ ਦਾ ਮੌਕਾ ਨਹੀਂ ਦੇ ਰਿਹਾ, ਇਹ ਉਹਨਾਂ ਦੀ ਹੱਦ ਤੱਕ ਆ। ਉਸ ਤੋਂ ਬਾਅਦ ਜਿਹੜੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਚੰਦਰ ਸ਼ੇਖਰ ਰਾਵ, ਉਹਨਾਂ ਨੇ ਵੀ ਐਲਾਨ ਕਰਤਾ। ਤਾਮਿਲਨਾਡੂ ਦੇ ਜਿਹੜੇ MK ਸਟਾਲਿਨ ਮੁੱਖ ਮੰਤਰੀ ਨੇ, ਉਹਨਾਂ ਨੇ ਵੀ। ਰਾਜਸਥਾਨ ਦੇ ਜਿਹੜੇ ਅਸ਼ੋਕ ਗਹਿਲੋਤ ਆ, ਕੇਰਲਾ ਦੇ ਜਿਹੜੇ ਪਿਨਾਰਾਈ ਵਿਜਯਨ ਆ, ਉਹਨਾਂ ਨੇ। ਸੋ ਸਾਰੇ ਇਹਨਾਂ 6 ਦੇ 6 ਜਿਹੜੇ ਮੁੱਖ ਮੰਤਰੀਆਂ ਨੇ ਨੀਤੀ ਆਯੋਗ ਦੀ ਮੀਟਿੰਗ 'ਚ ਹਿੱਸਾ ਨਹੀਂ ਲਿਆ ਹੈਗਾ। ਉਹਦੀ ਉਹਨਾਂ ਨੇ ਵਜ੍ਹਾ ਜਿਹੜੀ ਦੱਸੀ ਆ ਹੋਏ
ਕਿ ਰਾਸ਼ਟਰਪਤੀ ਨੂੰ ਉਦਘਾਟਨ ਕਿਉਂਕਿ ਨਹੀਂ ਕਰਨ ਦਿੱਤਾ ਜਾ ਰਿਹਾ, ਕਿਉਂਕਿ ਉਦਘਾਟਨ ਜਿਹੜਾ ਰਾਸ਼ਟਰਪਤੀ ਆ ਉਹ ਰਾਸ਼ਟਰ ਦਾ ਮੁਖੀ ਆ, ਉਹ ਸੰਵਿਧਾਨ ਤੌਰ ਤੇ ਜਿਹੜਾ ਆ ਉਹ ਜਿਹੜਾ ਸੰਸਦ ਭਵਨ ਆ ਉਹਦਾ ਵੀ ਮੁਖੀ ਹੁੰਦਾ। ਸੋ ਆਪਾਂ ਇਹ ਕਹਿ ਲਈਏ ਕਿ ਮੁੱਖ ਮੰਤਰੀ ਜਿਹੜਾ ਆ ਉਹ ਸੰਸਦ ਦਾ ਮੁਖੀ ਨਹੀਂ ਹੁੰਦਾ, ਸੰਸਦ ਦਾ ਮੁਖੀ ਹੁੰਦਾ ਰਾਸ਼ਟਰਪਤੀ। ਅਤੇ ਹੋਰ ਗੱਲ ਦੱਸਦਾ, ਇਹ ਇੱਕ ਨਿੱਕੀ ਜਿਹੀ ਗੱਲ ਇਹ ਵੀ ਹੈ ਕਿ ਬੀਜੇਪੀ ਨੇ ਤੁਹਾਡੇ ਪਿੱਛੇ ਇੱਕ ਸਹਾਰਾ ਲਿਆ ਸੀਗਾ ਕਿ ਜਿਹੜੀ ਪੁਰਾਣੀ ਸੰਸਦ ਭਵਨ ਸੀ ਉਹਦੀ ਨਕਸ਼ੀ ਦਾ ਉਦਘਾਟਨ ਜਿਹੜੀ ਮਰਹੂਮ ਇੰਦਰਾ ਗਾਂਧੀ ਉਹਨੇ ਕੀਤਾ ਸੀਗਾ, ਲਾਇਬ੍ਰੇਰੀ ਦਾ ਉਦਘਾਟਨ ਜੋ ਹੈ ਉਹਨਾਂ ਨੇ ਕੀਤਾ ਸੀ, ਰਾਜੀਵ ਗਾਂਧੀ ਨੇ ਕੀਤਾ ਸੀਗਾ। ਪਰ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਆ ਨਿੱਕੀਆਂ ਜਿਹੜੇ ਵਿੰਗ ਆ ਉਹਨਾਂ ਦਾ ਉਦਘਾਟਨ ਦਾ ਪ੍ਰਧਾਨ ਮੰਤਰੀ ਕਰ ਸਕਦਾ, ਪਰ ਜਿਹੜੇ ਇੱਕ ਬਿਲਡਿੰਗ ਆ ਉਹਦਾ ਉਦਘਾਟਨ ਕਰਨ ਦਾ ਹੱਕ ਜਿਹੜਾ ਆ ਉਹ ਰਾਸ਼ਟਰਪਤੀ ਦਾ ਬਣਦਾ। ਪਰ ਇਹ ਮੈਂ ਫਿਰ ਦੱਸਦਾ ਕਿ ਸੰਵਿਧਾਨ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਉਦਘਾਟਨ ਰਾਸ਼ਟਰਪਤੀ ਕਰੂਗਾ ਜਾਂ ਪ੍ਰਧਾਨ ਮੰਤਰੀ ਜਾਂ ਕੋਈ ਵੀ ਉਦਘਾਟਨ ਕੋਈ ਵੀ ਕਰ ਸਕਦਾ। ਪਰ ਇੱਕ ਜਿਵੇਂ ਕਿਹਾ ਜਾਂਦਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਇੱਕ ਕਹਿੰਦੇ ਆਪਾਂ ਪ੍ਰੋਟੋਕਾਲ ਦੀ ਮੰਗ ਕਰਦੀਆਂ, ਸੋ ਪ੍ਰੋਟੋਕਾਲ ਨੂੰ ਲੈ ਕੇ ਜਿਹੜਾ ਹੈ ਬਖੇੜਾ ਖੜਾ ਹੋਇਆ। ਬਨਵੈਤ ਜੀ, ਵੈਸੇ ਨਾ ਜੇਕਰ ਗੱਲ ਕਰੀਏ ਵਿਰੋਧੀ ਧਿਰਾਂ ਦਾ ਬੇਸਿਕਲੀ ਇਸ ਚੀਜ਼ ਦਾ ਮੁੱਦਾ ਇਸ ਕਰਕੇ ਵੀ ਚੁੱਕਿਆ ਜਾ ਰਿਹਾ ਹੈ ਕਿ ਵਿਰੋਧੀ ਧਿਰਾਂ ਕਹਿ ਰਹੀ ਹੈ ਕਿ ਅਸੀਂ ਰਾਸ਼ਟਰਪਤੀ ਦੇ ਉਹਦੇ ਸੰਸਦ ਦੇ ਵਿੱਚ ਰਾਸ਼ਟਰਪਤੀ ਉਦਘਾਟਨ ਕਰੇ, ਇਸ ਮੰਗ ਦੀ ਗੱਲ ਨਹੀਂ ਅਸੀਂ ਕਰ ਰਹੇ ਕਿ ਹਰ ਥਾਂ ਜੋ ਪੀਐਮ ਮੋਦੀ ਆਪਣੀ ਚੜ੍ਹਤ ਕਰ ਰਿਹਾ ਉਸ ਚੀਜ਼ ਦੀ ਅਸੀਂ ਕਰ ਰਹੇ ਕਿ ਜਿੱਥੇ ਜਿਸ ਚੀਜ਼ ਦਾ ਬਣਦਾ ਹੱਕ ਹੈ ਉਸ ਨੂੰ ਦੇਣਾ ਚਾਹੀਦਾ। ਜਿਵੇਂ ਕਿ ਅਸੀਂ ਜੇ ਗੱਲ ਕਰ ਲਈਏ ਝਾਰਖੰਡ ਦੀ, ਤਾਂ ਝਾਰਖੰਡ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡੇ ਉਹਦਾ ਕੋਰਟ ਦਾ ਉਹਨਾਂ ਨੇ ਕੀਤਾ ਸੀਗਾ ਉਦਘਾਟਨ ਕੀਤਾ ਸੀ, ਜਿਸ ਦੇ ਵਿੱਚ ਰਾਸ਼ਟਰਪਤੀ ਦੇ ਵੱਲੋਂ ਹੀ ਉਦਘਾਟਨ ਕੀਤਾ ਗਿਆ ਸੀ। ਉੱਥੇ ਹੀ ਇੱਥੇ ਵਿਰੋਧੀ ਧਿਰਾਂ ਦੀ ਇਹ ਮੰਗ ਹੈ ਕਿ ਜੇਕਰ ਇੱਥੇ ਵੀ ਇਹ ਪੀਐਮ ਮੋਦੀ ਰਾਸ਼ਟਰਪਤੀ ਨੂੰ ਨਾਲ ਲੈ ਕੇ ਕੰਮ ਕਰੇ ਤਾਂ ਉਹ ਜ਼ਿਆਦਾ ਵਧੀਆ ਗੱਲ ਹੋ ਸਕਦੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇੱਕ ਨਰਿੰਦਰ ਮੋਦੀ ਦਾ ਭੁਲੇਖਾ ਆ ਕਿ ਉਹ ਆਪਣੇ ਆਪ ਨੂੰ ਰਾਸ਼ਟਰ ਸਮਝਣ ਲੱਗ ਗਿਆ ਹਨਾ। ਜਦੋਂ ਬੰਦਾ ਆਪਣੇ ਆਪ ਨੂੰ ਰਾਸ਼ਟਰ ਸਮਝਣ ਲੱਗ ਜਾਏ ਉਦੋਂ ਜਿਹੜਾ ਉਹਦੇ ਕੋਲੋਂ ਕੋਈ ਵੀ ਤਵੱਕੋ ਕੀਤੀ ਸਕਦੀ ਹੈ। ਪਰ ਇੱਥੇ ਇੱਕ ਨਿੱਕੀ ਜਿਹੀ ਆਪਾਂ ਗੱਲ ਆਪਣੀ ਪੰਜਾਬ ਦੀ ਕਰ ਲਈਏ, ਖੇਤਰੀ ਪਾਰਟੀ ਦੀ, ਕਿ ਸੁਖਬੀਰ ਸਿੰਘ ਬਾਦਲ ਦੇ ਪੈਰ ਥੱਲੇ ਬਟੇਰਾ ਆ ਗਿਆ। ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਚਾਹੁੰਦਾ ਸੀ ਕਿ ਬੀਜੇਪੀ ਨਾਲ ਸਮਝੌਤਾ ਹੋ ਜਾਏ, ਹੁਣ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਲਗਭਗ ਉਲਟ ਖੜੀਆਂ ਬੀਜੇਪੀ ਦੇ, ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਤਰਫ ਜਿਹੜੇ ਉੱਥੇ ਆ ਹਾਜ਼ਰ ਹੋ ਰਹੇ ਆ। ਸੋ ਇਹ ਮੈਨੂੰ ਇੰਝ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਚਾਹੁੰਦੇ ਆ ਕਿ ਸਾਡੀ ਸਾਂਝ ਪੈਲੀ ਪੈ ਜਾਏ, ਮੁੜ ਕੇ ਨੂੰ ਮਸਲਾ ਰਸਤਾ ਜੁੜ ਜਾਏ, ਸ਼ਾਇਦ ਉਹਲੇ ਇੱਕ ਰਾਹ ਜਿਹੜਾ ਹੈ ਖੁੱਲ ਚੁੱਕਿਆ ਹੈ। ਜੀ ਧੰਨਵਾਦ ਬਨਵੈਤ ਜੀ ਸਾਡੇ ਦਰਸ਼ਕਾਂ ਨੂੰ ਸਟੀਕ ਜੋ ਵੇਰਵਾ ਦੇਣ ਦੇ ਲਈ। ਇਸ ਨਾਲ ਹੀ ਪਿਆਰੇ ਦਰਸ਼ਕੋ ਤੁਸੀਂ ਮੈਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਮਿਹਰਬਾਨੀ।